उल्टी रे मन उल्टी रे, उल्टी रे मन उल्टी रे, उल्टी रे मन उल्टी रे, साकत सो कर उल्टी रे, साकत सो कर उल्टी रे, उल्टी रे मन उल्टी रे, उल्टी रे मन उल्टी रे, साकत सो कर उल्टी रे, साकत सो कर उल्टी रे, झूठे की रे झूठ परीत, झूठे की रे झूठ परीत, छुटकी रे मन छुटकी रे, छुटकी रे मन छुटकी, साकत स्योंग न छुटकी रे, साकत संग न छुटकी रे, उल्टी रे मन उल्टी रे, उल्टी रे मन उल्टी रे, साकत स्यो कर उल्टी रे, साकत स्यो कर उल्टी रे, ज्यों काजर पर मंदर राख्यो, ज्यों काजर पर मंदर राख्यो, ज्यों पैसो कलू की रे, जो पैसे कलू की रे, दूरो ही ते भाग गयो है, दूरो ही ते
कर उल्टी रे। साकत स्यों कर उल्टी रे। मांगो दान कृपाल कृपानिध। मांगो दान कृपाल कृपा। मेरा मुख साकत संग न जुट सीरे। मेरा मुख साकत संग न जुट सीरे। जन नानक दास दास को करियो। जन नानक दास दास को मेरा मूड साध पगाहे तुलसी रे। मेरा मूड साध पगाहे तुलसी रे। उल्टी रे मन उल्टी रे। उल्टी रे मन उल्टी रे। साकत स्यों कर उल्टी रे। साकत स्यों कर उल्टी रे। झूठे कीरे झूठ परीत। झूठे कीरे छुटकी रे मन छुटकी रे। छुटकी रे मन छुटकी रे। साकत संग न छुटकी। साकत संग न छुटकी रे। उल्टी रे मन उल्टी रे। उल्टी रे मन उल्टी रे। साकत स्यों कर उल्टी रे। साकत स्यों कर उल्टी रे। साकत स्यों कर उल्टी रे। प्यारी साध संगत जी, जो असी शब्द गायन किया, इसका सिरलेख है देवगंधारी महला पंजवा। देवगंधारी राग विच गुरु अर्जन पातशाह का शब्द है और गुरु ग्रंथ साहिब के 535 अंक के शब्द सुभायमान है।
ਜਦੋਂ ਅਸੀਂ ਗੁਰਬਾਣੀ 'ਚੋਂ ਸ਼ਬਦ ਪੜ੍ਹਦੇ ਹਾਂ, ਸਾਰੇ ਸ਼ਬਦਾਂ ਦਾ ਸਿਰਲੇਖ, ਉਹਨਾਂ ਦਾ ਵਿੱਚ ਲਿਖਿਆ ਹੋਇਆ ਰਹਾਓ, ਸ਼ਬਦਾਂ ਵਿੱਚ ਲਿਖੀ ਹੋਈ ਗਿਣਤੀ, ਜਦੋਂ ਅਸੀਂ ਇਹ ਸਮਝਦੇ ਹਾਂ ਤਾਂ ਸਾਨੂੰ ਬਾਣੀ ਦੀ ਬਣਤਰ ਬਾਰੇ ਕੁਝ ਸਮਝ ਪੈਂਦੀ ਹੈ। ਔਰ ਇਹ ਹਰ ਕੋਈ ਸਿੱਖ ਸਕਦਾ ਹੈ, ਕਿਉਂਕਿ ਅਸੀਂ ਆਪਣੇ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ ਔਰ ਹਰ ਕੋਈ ਕਹਿੰਦਾ ਮੇਰਾ ਸਤਿਗੁਰ, ਮੇਰਾ ਗੁਰ, ਮੇਰਾ ਰਾਮ, ਮੇਰਾ ਪ੍ਰਭ। ਇਸ ਤਰ੍ਹਾਂ ਹਰ ਕਿਸੇ ਦੇ ਗੁਰੂ ਜੀ ਹਨ ਔਰ ਅਸੀਂ ਹਰ ਕਿਸੇ ਦਾ ਫਰਜ਼ ਬਣਦਾ ਵੀ ਜਿਸ ਗੁਰੂ ਜੀ ਨੂੰ ਮੈਂ ਮੱਥਾ ਟੇਕਦਾ ਮੈਂ ਉਹਨਾਂ ਦੀ ਗੱਲ ਨੂੰ ਵੀ ਪੜ੍ਹਾਂ, ਸੁਣਾ, ਸਮਝਾਂ। ਉਹਨੂੰ ਕਹਿੰਦੇ ਨੇ ਸੁਣਿਆ, ਮੰਨਿਆ, ਮਨ ਕੀਤਾ ਭਾਵ। ਜਦੋਂ ਅਸੀਂ ਬਾਣੀ ਨੂੰ ਇਸ ਤਰ੍ਹਾਂ ਖੋਜ ਕੇ ਪੜ੍ਹਦੇ ਹਾਂ ਤਾਂ ਸਾਡੇ ਜੀਵਨ ਵਿੱਚ ਬਦਲਾਹਟ ਆਉਂਦੀ ਹੈ। ਜੇ ਮੇਰੇ ਜੀਵਨ ਵਿੱਚ ਬਦਲਾਹਟ ਨਾ ਆਏ ਤਾਂ ਫਿਰ ਮੈਂ ਸੋਚਣਾ ਮੈਂ ਇਸ ਤਰ੍ਹਾਂ ਕਦੋਂ ਤੱਕ ਕਰਨਾ ਹੈ। ਕਈ ਸੱਜਣਾਂ ਦਾ ਸਵਾਲ ਹੁੰਦਾ ਹੈ, ਜੇ ਸਾਨੂੰ ਬਾਣੀ ਸਮਝ ਨਹੀਂ ਆਉਂਦੀ ਤਾਂ ਕੀ ਅਸੀਂ ਨਿਤਨੇਮ ਕਰਨਾ ਛੱਡ ਦਈਏ? ਕਈਆਂ ਦਾ ਸਵਾਲ ਹੁੰਦਾ ਹੈ ਕਿ ਜੇ ਮੈਨੂੰ ਪਾਠ ਕਰਨਾ ਆਉਂਦਾ ਹੈ ਔਰ ਅਰਥ ਸਮਝ ਨਹੀਂ ਆਉਂਦੇ ਤਾਂ ਕੀ ਮੈਂ ਨਿਤਨੇਮ ਕਰਨਾ ਛੋੜ ਦਿਆਂ? ਇਸ ਤਰ੍ਹਾਂ ਨਹੀਂ ਹੈ, ਅਸੀਂ ਛੱਡਣਾ ਨਹੀਂ ਹੈ, ਪਰ ਆਪਣੇ ਆਪ ਨੂੰ ਸਵਾਲ ਪੁੱਛਣਾ ਇੱਕ, ਜੇ ਮੇਰਾ ਬੱਚਾ ਸਕੂਲ ਜਾਏ ਔਰ 1 ਸਾਲ 2 ਸਾਲ 3 ਸਾਲ ਜਾ ਕੇ ਜਾਂ 4 ਸਾਲ 5 ਸਾਲ ਜਾ ਕੇ ABC ਊੜਾ ਐੜਾ ਸਿੱਖ ਕੇ ਆ ਜਾਏ ਜਾਂ ਉਹ ਵੀ ਨਾ ਸਿੱਖੇ ਤਾਂ ਅਸੀਂ ਸਕੂਲ ਦੇ ਟੀਚਰਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਕੁਝ ਪੜ੍ਹਾਉਂਦੇ ਹੋ ਕਿ ਨਹੀਂ। ਜੇ ਸਾਡਾ ਬੱਚਾ ਸਕੂਲ ਇੱਥੇ ਵਿਚਕਾਰ ਮਾਸਟਰ ਬੈਠਾ ਹੋਵੇ, ਮਾਸਟਰ ਆਪਣੀ ਟੇਬਲ 'ਤੇ ਬੈਠਾ ਹੋਵੇ, ਸਾਡਾ ਬੱਚਾ ਮਾਸਟਰ ਦੇ ਪਿੱਛੋਂ ਘੁੰਮ ਕੇ ਘਰ ਚਲਾ ਜਾਏ ਤਾਂ ਉਹ ਕੁਝ ਸਿੱਖੇਗਾ ਵੀ ਨਹੀਂ। ਜੇ ਸਾਡਾ ਬੱਚਾ ਸਾਨੂੰ ਕਹੇ ਮੈਂ ਸਕੂਲੋਂ ਹੋ ਆਇਆ, ਸਕੂਲ ਦੀ 4 ਦੀਵਾਰੀ 'ਚੋਂ ਬਾਹਰੋਂ ਘੁੰਮ ਕੇ ਚਲਾ ਜਾਏ ਤਾਂ ਵੀ ਉਹ ਕੁਝ ਨਹੀਂ ਸਿੱਖੇਗਾ। ਇੰਜ ਮੈਂ ਆਪਣੇ ਬਾਰੇ ਵਿਚਾਰ ਕਰਨੀ ਹੈ ਕਿ ਮੈਂ ਸਾਰੀ ਉਮਰ ਪਾਠ ਬਿਨਾਂ ਸਮਝੇ ਕਰਨਾ ਹੈ। ਇਹ ਆਪਣੇ ਆਪ ਨੂੰ ਸਵਾਲ ਜ਼ਰੂਰ ਕਰਨਾ ਹੈ। ਲੇਕਿਨ ਜਦੋਂ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਦੇ ਹਾਂ ਤਾਂ ਸਾਡੀ ਸੂਝ ਸਮਝ ਵਿੱਚ ਵਾਧਾ ਹੁੰਦਾ ਹੈ। ਇੱਕ ਸੂਝ ਸਮਝ ਵਿੱਚ ਵਾਧਾ ਹੁੰਦਾ ਹੈ ਨੌਲੇਜ, ਖਬਰਾਂ ਇਕੱਠੀਆਂ ਕਰਨਾ। ਖਬਰ ਤੇ ਕੋਈ ਵੀ ਟੀਵੀ ਔਨ ਕਰੋ, ਉਹਦੇ ਤੇ ਖਬਰਾਂ ਆ ਰਹੀਆਂ, ਅੱਜ ਤੱਕ ਚੈਨਲ ਦੀ, CNN ਚੈਨਲ ਦੀ ਖਬਰ ਸੁਣ ਲਈ, ਫਿਰ ਦੂਜੇ ਚੈਨਲ ਤੇ ਵੀ ਉਹੀ ਖਬਰ ਸੁਣ ਲਈ, ਤੀਜੇ ਤੇ ਵੀ ਸੁਣ ਲਈ। ਹੁਣ ਖਬਰਾਂ ਸੁਣ ਲਈਆਂ, ਹੁਣ ਮੈਂ ਕਿੱਥੇ ਗੁਰਦੁਆਰੇ ਜਾਵਾਂਗਾ, ਲੰਗਰ ਵਿੱਚ ਬੈਠਾਂਗਾ, ਜਾਂ ਮੈਂ ਕਿੱਥੇ ਪਾਰਟੀ ਤੇ ਜਾਵਾਂਗਾ, ਜਾਂ ਮੈਂ ਕਿੱਥੇ ਵਿਆਹ ਤੇ ਜਾਵਾਂਗਾ, ਉੱਥੇ ਲੋਕੀ ਖਬਰ ਦੀ ਗੱਲ ਕਰਨਗੇ, ਮੈਨੂੰ ਵੀ ਪਤਾ ਹੋਏਗੀ, ਮੈਂ ਵੀ ਖਬਰ ਵਿੱਚ ਸਾਂਝ ਪਾ ਸਕਦਾ। ਇਸ ਤਰ੍ਹਾਂ ਕਿ ਅਸੀਂ ਧਰਮ ਦੀ ਨੌਲੇਜ ਲੈਂਦੇ ਹਾਂ, ਖਬਰਾਂ ਇਕੱਠੀਆਂ ਕਰਦੇ ਹਾਂ, ਜਾਂ ਅਸੀਂ ਗੁਰਬਾਣੀ ਪੜ੍ਹ ਕੇ ਜੋ ਸਮਝ ਸੂਝ ਲੈਂਦੇ ਹਾਂ ਉਹਨੂੰ ਵਿਵੇਕ ਬੁੱਧੀ ਕਹਿੰਦੇ ਨੇ, ਇੰਗਲਿਸ਼ ਵਿੱਚ ਡਿਵਾਈਨ ਕਾਮਨ ਇੰਟੈਲੈਕਟ ਕਹਿੰਦੇ ਨੇ। ਉਹ ਵਾਲੀ ਸਮਝ ਸੂਝ ਬੂਝ ਲੈ ਕੇ ਮੇਰੇ ਜੀਵਨ ਵਿੱਚ ਬਦਲਾਹਟ ਆਉਂਦੀ ਹੈ। ਮੈਂ ਇੱਕ ਛੋਟੀ ਜਿਹੀ ਮਿਸਾਲ ਸਾਂਝ ਕਰਦਾ। ਬਚਪਨ ਵਿੱਚ ਮੈਂ ਤੇ ਮੇਰੀ ਭੈਣ, ਸਾਨੂੰ ਦੋਵਾਂ ਨੂੰ ਮਾਂ ਬਿਮਾਰ ਸੀ। ਨਾਨੀ ਜੀ ਨੇ ਕਿਹਾ ਤੁਸੀਂ ਖੇਡਦੇ ਪਏ ਹੋ, ਮੈਨੂੰ ਬਾਜ਼ਾਰ ਤੋਂ ਸਬਜ਼ੀ ਲੈ ਕੇ ਆਉਣੀ ਹੈ। ਇਹ ਮੈਂ ਅੰਗੀਠੀ ਉੱਤੇ ਦਾਲ ਰੱਖੀ ਹੈ, ਦਾਲ ਦਾ ਧਿਆਨ ਰੱਖਣਾ। ਸਾਡੇ ਕੋਲੋਂ ਦਾਲ ਉਬਲ ਗਈ ਔਰ ਦਾਲ ਪਤੀਲੇ 'ਚੋਂ ਉਬਲ ਕੇ ਬਾਹਰ ਅੰਗੀਠੀ ਵਿੱਚ ਸੜਨੀ ਸ਼ੁਰੂ ਹੋ ਗਈ। ਹੁਣ ਸਾਨੂੰ ਅਕਲ ਨਹੀਂ ਸੀ। ਸਾਡੀ ਨਾਨੀ ਵਾਪਸ ਆਈ। ਵਾਪਸ ਆ ਕੇ ਨਾਨੀ ਨੇ ਸਮਝਾਇਆ, ਜੇ ਦਾਲ ਦੇ ਅੰਦਰ ਕੜਛੀ ਪਾਈ ਰੱਖੋ
ਤਾਂ ਦਾਲ ਉਬਲ ਕੇ ਬਾਹਰ ਨਹੀਂ ਡੁੱਲੇਗੀ। ਜੇ ਤੁਸੀਂ ਦਾਲ ਦਾ ਢੱਕਣ ਰੱਖ ਦੋਗੇ, ਦਾਲ ਉਬਲ ਕੇ ਬਾਹਰ ਡੁੱਲ ਜਾਏਗੀ। ਨਾਨੀ ਨੇ ਕੀ ਸਮਝਾਇਆ? ਇੱਕ ਜੁਗਤ, ਇੱਕ ਤਰੀਕਾ। ਉਹ ਕਿਤੇ ਸਕੂਲਾਂ ਕਾਲਜਾਂ ਚੋਂ ਨਹੀਂ ਪੜ੍ਹੀਦਾ। ਉਹ ਜਿਹੜਾ ਸਮਝ ਸੂਝ ਬੂਝ ਨਾ, ਉਹਨੂੰ ਕਹਿੰਦੇ ਨੇ ਵਿਵੇਕ ਬੁੱਧੀ, ਸੁਜਾਨ ਮਤ। ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਤਾਂ ਗੁਰਦੁਆਰੇ ਆਉਣ ਦਾ ਮਕਸਦ, ਤੁਹਾਨੂੰ ਪੂਰੀ ਦੁਨੀਆ 'ਚ ਕੋਈ ਪੁੱਛੇ ਤਾਂ ਅਸੀਂ ਬਾਣੀ 'ਚੋਂ ਸਿੱਖਾਂਗੇ ਗੁਰਦੁਆਰੇ ਆਉਣ ਦਾ ਮਕਸਦ। ਗੁਰਦੁਆਰੇ ਆਉਣ ਦਾ ਮਕਸਦ ਹੈ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਅਸੀਂ ਇਆਣੇ ਹਾਂ, ਸਾਨੂੰ ਸਮਝ ਨਹੀਂ ਹੈ ਜੀਵਨ ਕਿਸ ਤਰ੍ਹਾਂ ਜੀਵੀਦਾ ਹੈ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ। ਪਾਂਦਾ ਹੁੰਦਾ ਟੀਚਰ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਅਸੀਂ ਸਤਿਗੁਰ ਜੀ ਦੀ ਮੱਤ ਲੈ ਕੇ ਸਿਆਣੇ ਹੋਣ ਆਉਂਦੇ ਹਾਂ। ਹੁਣ ਮੇਰਾ ਕਿਸ ਤਰ੍ਹਾਂ ਪਤਾ ਲੱਗੇ ਕਿ ਮੈਂ ਸਿਆਣਾ ਹਾਂ ਜਾਂ ਨਹੀਂ? ਜੇ ਤਾਂ ਮੈਂ ਇਆਣਾ ਹਾਂ ਤਾਂ ਮੈਂ ਚੁੱਪ ਕਰਕੇ ਆਵਾਂਗਾ ਔਰ ਸੁਣਾਂਗਾ। ਪਰ ਜੇ ਮੈਂ ਆਪਣੇ ਆਪ ਨੂੰ ਪਹਿਲਾਂ ਹੀ ਸਿਆਣਾ ਸਮਝਦਾ ਤਾਂ ਫਿਰ ਮੈਂ ਆ ਕੇ ਪ੍ਰਬੰਧਕਾਂ ਦੇ ਨੁਕਸ ਕੱਢਾਂਗਾ, ਭਾਈ ਸਾਹਿਬ ਜੀ ਦੇ ਸੇਵਾਦਾਰ ਜੀ ਦੇ ਨੁਕਸ ਕੱਢਾਂਗਾ। ਫਿਰ ਮੈਂ ਆ ਕੇ ਕਹਾਂਗਾ ਰੁਮਾਲਾ ਠੀਕ ਨਹੀਂ ਡਾਇਆ, ਦਰੀ ਠੀਕ ਨਹੀਂ ਡਾਈ, ਇਹ ਅੱਜ ਮੈਲਾ ਕਿਉਂ ਹੈ, ਪ੍ਰਸ਼ਾਦ ਠੀਕ ਨਹੀਂ ਬਣਾਇਆ, ਤੁਸੀਂ ਕਿਹਨਾਂ ਨੂੰ ਬੁਲਾ ਲਿਆ। ਜਦੋਂ ਵੀ ਮੈਂ ਆ ਕੇ ਨੁਕਸ ਕੱਢਾਂ ਕਿਸੇ ਵੀ ਇਨਸਾਨ ਦਾ ਨੁਕਸ ਕੱਢਾਂ ਤਾਂ ਮਾਨੋ ਮੈਂ ਆਪਣੇ ਆਪ ਨੂੰ ਸਿਆਣਾ ਸਮਝ ਰਿਹਾ ਹਾਂ ਔਰ ਮੈਂ ਗੁਰੂ ਪਾਤਸ਼ਾਹ ਜੀ ਦੀ ਮੱਤ ਲੈਣ ਆਇਆ ਹੀ ਨਹੀਂ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਇਆਣੇ ਬਣ ਕੇ ਆਣਾ ਹੈ। ਉਹਨੂੰ ਕਹਿੰਦੇ ਨੇ ਹੰਬਲਨੈਸ। ਹੰਬਲਨੈਸ ਨੂੰ ਹਿਊਮਿਲਿਟੀ ਕਹਿੰਦੇ ਨੇ। ਹੰਬਲਨੈਸ ਦਾ ਪੰਜਾਬੀ 'ਚ ਮਤਲਬ ਹੁੰਦਾ ਹੈ ਨਮਰਤਾ। ਮੈਂ ਨਮਰਤਾ ਨਾਲ ਕੁਝ ਸਿੱਖਣ ਆਇਆ, ਮੈਨੂੰ ਕੁਝ ਸਮਝ ਨਹੀਂ ਹੈ। ਔਰ ਅਸੀਂ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਕਿਉਂ ਟੇਕਦੇ ਹਾਂ? ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕਰਕੇ ਮੱਥਾ ਟੇਕਦੇ ਹਾਂ ਕਿ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਨਾ, ਮੇਰੇ ਕੋਲ ਅਕਲ ਥੋੜੀ ਹੈ, ਤੁਸੀਂ ਆਪਣੀ ਸੁਮਤ ਬਖਸ਼ੋ। ਹੁਣ ਸਾਧ ਸੰਗਤ ਜੀ, ਜੇਕਰ ਮੇਰਾ ਬੱਚਾ ਸਕੂਲ ਜਾਏ, ਮੈਂ ਸਕੂਲ ਦੇ ਬੱਚਿਆਂ ਨੂੰ ਲੱਡੂ, ਮਠਿਆਈ, ਚਾਕਲੇਟ, ਬਰਫੀ ਵੰਡ ਦਿਆਂ, ਮੇਰੇ ਬੱਚੇ ਨੂੰ ਪੜ੍ਹਾਈ ਆ ਜਾਏਗੀ? ਆਪਣੇ ਆਪ ਨੂੰ ਪੁੱਛਣਾ ਹੈ। ਮੇਰੇ ਬੱਚੇ ਨੂੰ ਪੜ੍ਹਾਈ ਨਹੀਂ ਆਏਗੀ। ਲੇਕਿਨ ਸਾਡੀ ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਲਿਖਿਆ ਹੈ, ਜਿਸ ਦਿਨ ਸਕੂਲ ਬੱਚਾ ਪਾਈਏ, ਜਿਸ ਦਿਨ ਨਵਾਂ ਕੰਮ ਖੋਲੀਏ, ਜਿਸ ਦਿਨ ਸਾਡੇ ਘਰ ਆਨੰਦ ਕਾਰਜ ਹੋਵੇ ਤਾਂ ਗੁਰੂ ਅੱਗੇ ਅਰਦਾਸ ਕਰ। ਅਸੀਂ ਜਿਸ ਦਿਨ ਗੁਰੂ ਕੋਲ ਆਏ ਕਿ ਅਸੀਂ ਸਾਰੀ ਉਮਰ, ਉਹ ਜਿਸ ਤਰ੍ਹਾਂ ਪਹਿਲੇ ਦਿਨ ਮੇਰਾ ਬੱਚਾ ਸਕੂਲ ਗਿਆ ਸੀ ਤਾਂ ਮੈਂ ਬਾਕੀ ਬੱਚਿਆਂ ਵਾਸਤੇ ਚਾਕਲੇਟ ਔਰ ਬਰਫੀ ਵੰਡੀ ਸੀ, ਕਿ ਬਸ ਮੈਂ ਸਾਰੀ ਉਮਰ ਇਹੀ ਕਰਦਾ ਰਵਾਂ, ਲੱਡੂ ਵਰਤਾਂਦਾ ਰਵਾਂ, ਜਲੇਬੀਆਂ ਵਰਤਾਂਦਾ ਰਵਾਂ, ਸੇਬ ਔਰ ਬਦਾਮ ਛੁਆਰੇ ਵਰਤਾਂਦਾ ਰਵਾਂ, ਜਾਂ ਮੈਂ ਗੁਰੂ ਪਾਤਸ਼ਾਹ ਜੀ ਦੀ ਗੱਲ ਸੁਣਾ? ਉਹ ਮੈਂ ਕਦੋਂ ਸੁਣਾਂਗਾ? ਮਨੂੰ ਕਿਸੇ ਨੇ ਕਹਿ ਦਿੱਤਾ ਗੁਰਦੁਆਰੇ ਜਾਓ, ਸੁਣੋ ਕਿਸੇ ਦੀ ਨਹੀਂ, ਚੁੱਪ ਕਰਕੇ ਉੱਥੇ ਲੱਡੂ ਪੇੜੇ ਰੱਖ ਆਓ ਔਰ ਪਰਿਕਰਮਾ ਕਰਕੇ, ਰੁਮਾਲਾ ਚੜਾ ਕੇ, ਪੈਸੇ ਮੱਥਾ ਟੇਕ ਕੇ, ਹਾਰ ਰੱਖ ਕੇ ਆ ਜਾਓ। ਇਸ ਕਰਕੇ ਸਾਡੇ ਜੀਵਨ ਵਿੱਚ ਕੋਈ ਬਦਲਾਹਟ ਨਹੀਂ ਆਉਂਦੀ। ਸਾਡੀ ਰੋਜ਼ ਦਾਲ ਉਬਲਦੀ ਰਹਿੰਦੀ ਹੈ, ਰੋਜ਼ ਸੜਦੀ ਰਹਿੰਦੀ ਹੈ। ਜਦੋਂ ਸੜਦੀ ਉਬਲਦੀ ਰਹਿੰਦੀ ਹੈ, ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਉਹਦੀ ਨਿਸ਼ਾਨੀ ਹੁੰਦੀ ਹੈ ਮੇਰੀ ਪਤਨੀ ਦੇ ਨਾਲ ਨਹੀਂ ਬਣਦੀ, ਮੇਰੀ ਪਤਨੀ ਦੀ ਮੇਰੀ
ਮਾਂ ਦੇ ਨਾਲ ਨਹੀਂ ਬਣਦੀ, ਸਾਡੀ ਸਾਡੇ ਬੱਚਿਆਂ ਦੇ ਨਾਲ ਨਹੀਂ ਬਣਦੀ। ਮੈਂ ਜਿੱਥੇ ਜਾਂਦਾ ਮੇਰੀ ਸਭ ਜਗ੍ਹਾ ਲੜਾਈ ਹੋ ਜਾਂਦੀ ਹੈ। ਕੋਈ ਜ਼ਰਾ ਜਿਹਾ ਕੁਝ ਕਹੇ ਮੈਂ ਇੱਕਦਮ ਗਾਲਾਂ ਕੱਢਣ ਲੱਗ ਪੈਂਦਾ ਹਾਂ। ਇਹ ਦਾਲ ਸੜਨਾ ਹੈ। ਥਾਂ ਥਾਂ ਤੇ ਮੈਨੂੰ ਠੀਕ ਵਿਵਹਾਰ ਕਰਨਾ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਮੈਂ ਸਿੱਖਣ ਆਇਆ ਹੀ ਨਹੀਂ ਹਾਂ। ਗੁਰੂ ਪਾਤਸ਼ਾਹ ਜਿਹੜਾ ਗੁਰ ਸਿਖਾਉਂਦੇ ਨੇ ਨਾ, ਗੁਰ ਤਰੀਕਾ, ਜੁਗਤ, ਉਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਮੈਥਡ, ਹਿੰਦੀ 'ਚ ਕਹਿੰਦੇ ਨੇ ਵਿਧੀ। ਜਿਸ ਤਰ੍ਹਾਂ ਨਾਨੀ ਨੇ ਸਿਖਾਇਆ ਕਿ ਅੰਦਰ ਕੜਛੀ ਰੱਖ ਦਿਓ ਪਰ ਧਿਆਨ ਰੱਖਣਾ ਉੱਪਰ ਢੱਕਣ ਪੂਰਾ ਨਹੀਂ ਦੇ ਦੇਣਾ, ਇਹ ਜੁਗਤ ਸੀ। ਇੰਜ ਗੁਰੂ ਮੇਰੇ ਜੀਵਨ ਦੇ ਹਰ ਪਹਿਲੂ ਤੇ ਮੈਨੂੰ ਜੁਗਤ ਸਿਖਾਉਂਦਾ ਹੈ ਕਿਵੇਂ ਜੀਵੀਦਾ ਹੈ। ਗੁਰੂ ਪਾਤਸ਼ਾਹ ਮੇਰਾ ਵਿਵਹਾਰ ਠੀਕ ਕਰਦੇ ਨੇ। ਮੇਰਾ ਵਿਵਹਾਰ ਠੀਕ ਨਹੀਂ ਹੈ। ਕਿਉਂ? ਮੈਨੂੰ ਭੁਲੇਖਾ ਹੈ ਕਿ किसी तरह पढ़ लिख के पैरों ते खड़े हो जाओ और अपनी रोजी रोटी वास्ते पैसे कमा सको। मैं कमा ही लैंदा। हुण मैनू सीखण दी की लोड़ रही? पैसे मैं कमा लैंदा हाँ, चीज़ां जड़ियां खरीदनियां खरीद लैंदा हाँ। परफ्यूम किवें लगाईदा वो मैनू छिड़कनी आंदी है। कपड़े किहड़े किस तरह पाने ने मैनू आ गए ने। ਉਹ टीवी ਤੇ फैशन ਵਿੱਚ ਦਿਖਾ ਵੀ ਦਿੰਦੇ ਨੇ। ਹੁਣ ਮੈਨੂੰ ਕੀ ਸਿੱਖਣ ਦੀ ਲੋੜ ਰਹਿ ਗਈ? ਪਰ ਜੇ ਇਹ ਭੁਲੇਖਾ ਪੈ ਜਾਏ ਨਾ ਤਾਂ ਅਸੀਂ ਕੁਝ ਸਿੱਖਦੇ ਨਹੀਂ ਹਾਂ। ਜਦੋਂ ਅਸੀਂ ਸਿੱਖਦੇ ਨਹੀਂ ਹਾਂ ਤਾਂ ਸਾਡੇ ਅੰਦਰ ਜਿਹੜੇ ਜਿਹੜੇ ਅਵਗੁਣ ਹੁੰਦੇ ਨੇ ਨਾ, ਉਹਨਾਂ ਨੂੰ ਸਾਕਤ ਮਤ ਕਹਿੰਦੇ ਨੇ। ਸਾਕਤ ਕਹਿੰਦੇ ਨੇ। ਅਸੀਂ ਕਿਸ ਤਰ੍ਹਾਂ ਸਾਕਤ ਬਣਦੇ ਹਾਂ? कबीर साहब कहते ने, कबीर मन जाने सब बात, मन जाने सब बात, जानत ही अवगुण करे, जानत ही मन जाने सब बात। कबीर मन जाने सब बात, जानत ही अवगुण करे, जानत ही अवगुण करे। काहे की कुशला प्यारी साध संगत जी, ਜਦੋਂ ਮਨ ਨੂੰ ਇਹ ਭੁਲੇਖਾ ਪੈ ਜਾਏ ਮੈਨੂੰ ਸਭ ਕੁਝ ਪਤਾ ਹੈ, ਉਸ ਅਵਸਥਾ ਨੂੰ ਮੁੱਢ ਜੋਬਨ ਬਾਲੀ ਕਹਿੰਦੇ ਨੇ। ਜੋਬਨ ਬਾਲੀ ਕੌਣ ਹੁੰਦਾ ਹੈ? ਜਿਹੜੀ ਕੁੜੀ 13-14 ਸਾਲ ਦੀ ਹੁੰਦੀ ਹੈ, ਉਹਨੂੰ ਇੰਗਲਿਸ਼ ਵਿੱਚ ਟੀਨੇਜ ਕਹਿੰਦੇ ਨੇ, ਟੀਨੇਜ ਗਰਲ ਕਹਿੰਦੇ ਨੇ। ਜਦੋਂ ਅਸੀਂ ਟੀਨੇਜ ਵਿੱਚ ਆਉਂਦੇ ਹਾਂ, 12-13 ਸਾਲ ਦੇ ਹੁੰਦੇ ਹਾਂ, ਗੁਰੂ ਪਾਤਸ਼ਾਹ ਉਸ ਕੁੜੀ ਦਾ ਖਿਆਲ ਦੱਸਦੇ ਨੇ ਕਿ 12-13 ਸਾਲ ਦੀ ਕੁੜੀ ਨੂੰ ਇਹ ਭੁਲੇਖਾ ਪੈਣਾ ਸ਼ੁਰੂ ਹੁੰਦਾ ਹੈ, ਮੈਨੂੰ ਸਭ ਕੁਝ ਪਤਾ ਹੈ।
फिर एक और भुलेखा, मेरे वर्गा सियाणा कोई नहीं। फिर एक और ख्याल आंदा, मेरे वर्गा सुंदर कोई नहीं। फिर एक और ख्याल आंदा, मेरे वर्गा फैशन कोई नहीं जानता। फिर उसनों ख्याल आंदा, मेरे माँ प्यो मूर्ख हन, बेवकूफ हन। फिर उसनों ख्याल आंदा है कि धर्म वालियां नूं कुछ नहीं पता। इस तरह ਉਹਦੇ ਮਨ ਅੰਦਰ ਖਿਆਲ ਆਉਂਦੇ ਜਾਂਦੇ ਨੇ। ਕਿਉਂ? ਕਿਉਂਕਿ ਉਹਦੀ ਸਰੀਰਕ ਬਣਤਰ ਵਿੱਚ ਬਦਲਾਹਟ ਆਈ ਹੈ, ਚੇਂਜ ਆਈ ਹੈ। 12-13 ਸਾਲਾਂ ਬਾਅਦ ਇੱਕ ਬੱਚੀ ਨੂੰ ਸਰੀਰਕ ਤੌਰ ਤੇ ਜੋ ਚੇਂਜਿਸ ਆਉਂਦੀਆਂ ਨੇ ਉਹਨੂੰ ਟੀਨੇਜ ਕਹਿੰਦੇ ਨੇ। ਔਰ ਉਹਦੇ ਕਾਰਨ ਉਹਦੇ ਸੋਚਣੀ ਦੇ ਢੰਗ ਵਿੱਚ ਇਹ ਖਿਆਲ ਆਉਂਦਾ, ਮੈਨੂੰ ਸਭ ਕੁਝ ਪਤਾ ਹੈ। ਹੁਣ ਮੈਂ 90-100 ਸਾਲ ਦਾ ਵੀ ਹੋ ਜਾਵਾਂ, ਪਰ ਮੈਨੂੰ ਇਹ ਭੁਲੇਖਾ ਰਹੇ ਕਿ ਮੈਨੂੰ ਸਭ ਕੁਝ ਪਤਾ ਹੈ, ਮੈਂ ਸਭ ਤੋਂ ਸਿਆਣਾ, ਮੈਨੂੰ ਕਿਸੇ ਕੋਲੋਂ ਕੁਝ ਸਿੱਖਣ ਦੀ ਲੋੜ ਨਹੀਂ। ਤਾਂ ਮੇਰੀ ਉਸ ਅਵਸਥਾ ਨੂੰ ਗੁਰੂ ਪਾਤਸ਼ਾਹ ਮੁੰਦ ਜੋਬਨ ਬਾਲੀ ਕਹਿੰਦੇ ਨੇ। ਜਦੋਂ ਭੁਲੇਖਾ ਪੈ ਜਾਂਦਾ ਕਿ ਮੈਨੂੰ ਸਭ ਕੁਝ ਪਤਾ ਹੈ, ਉਹਨੂੰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਜਾਣੈ ਸਭ ਬਾਤ। ਜਾਣਤ ਹੀ, ਜਦੋਂ ਇਹ ਭੁਲੇਖਾ ਪੈ ਜਾਏ ਨਾ, ਮੈਨੂੰ ਸਭ ਕੁਝ ਪਤਾ ਹੈ, ਜਾਣਤ ਹੀ ਔਗੁਣ ਕਰੈ, ਇਹ ਸਭ ਤੋਂ ਵੱਡਾ ਔਗੁਣ ਹੈ। ਹੁਣ ਜੋ ਕੰਮ ਕਰੇਗਾ ਉਹ ਸਾਰੇ ਗਲਤ ਹੀ ਹੋਣਗੇ। ਕੰਮ ਗਲਤ ਕਰਨਾ ਮਾੜੀ ਗੱਲ ਨਹੀਂ ਹੈ, ਕੰਮ ਗਲਤ ਕਰਨ ਵਾਸਤੇ ਖਿਆਲ ਆਣਾ ਮਾੜੀ ਗੱਲ ਹੈ। ਕਿਉਂ? ਕਿਉਂਕਿ ਦੁਨੀਆ ਵਿੱਚ ਗਲਤ ਕੰਮ ਕਰਕੇ ਪੁਲਿਸ ਨੂੰ ਪੈਸੇ ਦੇ ਕੇ ਛੁੱਟ ਜਾਂਦੇ ਨੇ। ਗਲਤ ਕੰਮ ਕਰਕੇ ਕਈ ਵਾਰੀ ਕੈਮਰੇ 'ਚ ਫੋਟੋ ਨਹੀਂ ਵੀ ਆਉਂਦੀ। ਗਲਤ ਕੰਮ ਕਰਕੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ। ਗਲਤ ਕੰਮ ਕਰਨਾ ਗਲਤ ਤਾਂ ਦੁਨੀਆ ਦੀ ਕਹਿਣ ਦੀਆਂ ਗੱਲਾਂ ਨੇ, ਪਰ ਧਰਮ ਕਹਿੰਦਾ ਹੈ ਗਲਤ ਖਿਆਲ ਆਉਂਦਾ ਹੈ ਨਾ ਤੈਨੂੰ, ਇਹ ਸਭ ਤੋਂ ਵੱਡਾ ਔਗੁਣ ਪਾਪ ਹੈ। ਗਲਤ ਖਿਆਲ ਆਣਾ। ਤੁਸੀਂ ਸਾਰਿਆਂ ਕੋਲੋਂ ਮੈਂ ਸੁਣਦਾ ਕਿ ਤੁਸੀਂ ਪੰਜਾਬ ਤੋਂ ਆਏ। ਪੰਜਾਬ ਦੇ ਕਿਸਾਨ ਨੂੰ ਵੇਖੋ। ਪੰਜਾਬ ਦਾ ਕਿਸਾਨ ਕਿਸੇ ਵੀ ਜਮਾਤ ਵਿੱਚ ਪੜ੍ਹਿਆ ਨਹੀਂ, ਪਰ ਉਹਨੇ ਆਪਣੇ ਜ਼ਮੀਨ ਤੇ ਚਾਵਲ ਬੀਜੇ। ਹੁਣ ਉਹਨੂੰ ਕੋਈ ਬਾਬਾ ਜੀ ਆ ਕੇ ਕਹਿਣ, ਤੂੰ 108 ਵਾਰੀ ਮਾਲਾ ਫੇਰ ਔਰ ਆਪਣੀ ਇਹ ਖੇਤੀ ਕੋਲ ਬੈਠ ਕੇ 108 ਵਾਰੀ 1,08 ਵਾਰੀ ਰੱਬ ਦਾ ਨਾਂ ਲੈ, ਚਾਵਲਾਂ ਦੇ ਬਦਲੇ ਸੇਬ ਨਿਕਲਣਗੇ, ਬਦਾਮ ਨਿਕਲਣਗੇ। ਉਹ ਕਿਸਾਨ ਮੰਨ ਜਾਂਦਾ? ਸੋਚੋ, ਨਹੀਂ ਮੰਨਦਾ। ਉਹ ਕਹਿੰਦਾ ਮੈਂ ਚਾਵਲ ਬੀਜੇ ਨੇ, ਚਾਵਲ ਹੀ ਉਗਣਗੇ। ਐਸਾ ਕੁਦਰਤ ਦਾ ਕੋਈ ਤਰੀਕਾ ਨਹੀਂ ਹੈ ਕਿ ਬੀਜੋ ਚਾਵਲ ਉਗਣਗੇ, ਐਪਲ ਸੇਬ ਉਗਣਗੇ, ਨਹੀਂ ਹੋ ਸਕਦਾ। ਉਸ ਕਿਸਾਨ ਦੇ ਮਨ ਅੰਦਰ ਰੱਤਾ ਭਰ ਵੀ ਖਿਆਲ ਆਉਂਦਾ ਹੀ ਨਹੀਂ। ਉਹ ਕੁਦਰਤ ਦੇ ਨਿਯਮਾਂ ਨੂੰ ਜਾਣਦਾ ਹੈ, ਕਿਉਂਕਿ ਕੁਦਰਤ ਦੇ ਬਿਲਕੁਲ ਕੋਲ ਖੜਾ ਹੈ। ਇਹ ਮੈਂ ਬੀਜ ਪਾਇਆ, ਇਹ ਇਸ ਤਰ੍ਹਾਂ ਇਹਦਾ ਮੈਂ ਰਾਖੀ ਕੀਤੀ, ਇਸ ਤਰ੍ਹਾਂ ਮੈਂ ਪਾਣੀ ਦਿੱਤਾ। ਬੀਜ ਮੈਂ ਚਾਵਲ ਦਾ ਪਾਇਆ, ਚਾਵਲ ਉਗੇ। ਬੀਜ ਮੈਂ ਅੰਗੂਰ ਦਾ ਪਾਇਆ, ਅੰਗੂਰ ਉਗਿਆ। ਬੀਜ ਮੈਂ ਜੈਸਾ ਪਾਇਆ ਵੈਸੀ ਖੇਤੀ ਉਗਦੀ ਹੈ। ਕਿਸਾਨ ਬਿਲਕੁਲ ਵੀ ਭੁਲੇਖਾ ਨਹੀਂ ਖਾਂਦਾ, ਸਾਡੇ ਪੜ੍ਹਿਆ ਲਿਖਿਆਂ ਨਾਲੋਂ ਸਿਆਣਾ। ਕਿਸੇ ਕਿਸਾਨ ਨੂੰ ਕੋਈ ਸੰਤ ਜੀ, ਕੋਈ ਸ੍ਰੀਮਾਨ 108 ਜੀ, ਕੋਈ ਬਾਬਾ ਜੀ, ਕੋਈ ਤਾਂਤਰਿਕ, ਕੋਈ ਲਾਚੀ ਦੇ ਕੇ, ਕੋਈ ਝੂਠ ਬੋਲ ਕੇ, ਕੋਈ ਜਾਦੂ ਟੂਣੇ ਕਰਕੇ ਨਹੀਂ ਮਨਾ ਸਕਦਾ ਕਿ ਚਾਵਲਾਂ ਦੇ ਬਦਲੇ ਸੇਬ ਨਿਕਲਣਗੇ। ਉਹਨੂੰ ਖਿਆਲ ਹੀ ਨਹੀਂ ਆਉਂਦਾ। ਮਾੜਾ ਜਿਹਾ ਵੀ ਖਿਆਲ ਆਵੇ, ਸਾਨੂੰ ਆਉਂਦਾ ਹੈ, ਉਹਨੂੰ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ,
जिस लब लोभ हंकार सानू माड़े ख्याल आंदे ने। क्यों? क्योंकि असी समझते हैं असी सियाणे हाँ। तुसी पंजाब तो उठ के इटली आ गए, तुसी अपनी फैक्ट्री अंदर 8 घंटे या 10 घंटे या 12 घंटे काम करते हो। तुहानू बहुत अच्छी तरह समझ आ रही है कि जितना मैं काम करता हाँ उतने घंटिया के पैसे मिलते हैं। मालकां नू मूर्ख नहीं बनाया जा सकता कि मैं हाजरी लावां और माला फेरदा रवां, घर जाके सौ जावां। कदी इंज नहीं होंदा। तुहानू ख्याल भी नहीं आंदा कि मैं इत्थे हाजरी ला के घर चला जावां। तुहानू ख्याल ही नहीं आंदा कि मैं हाजरी लावां और मालकां दे पिछले कमरे जाके सो जावां। तुसी मेहनत मुशक्कत दी कमाइयां करदे हो। तुहाडे मन अंदर रत्ता पर भी ख्याल नहीं आंदा कि मैं अपने काम तो चोरी कर लवां। ये सारी कुदरत दा खरा नियम है। इस नियम नू गुरु पातशाह कहंदे ने किरत विरत कर धर्म दी, हथों दे के भला मनाए। इनू भाई लालो दी अवस्था कहंदे ने। हुण कईयां दे परिवार इत्थे आ गए ने, कईयां दे परिवार नहीं आए ने। जिन्हां दे परिवार इत्थे आ गए ने वो अपने परिवार दे नाल मसां 2-4 घंटे बैठते हैं, 12 घंटे काम करते हैं। हो सकता है 7-8 घंटे सोंदे होणगे, 20 घंटे गए, 4 घंटे बचे। उहदे च नहाना भी है, खाना भी है और अपनी तैयारी भी करनी है। रस्ते च आण जाण दा टाइम भी लगेगा, घर दे कई काम भी हैं। जिंदगी दे मसां 4 घंटे काम आए, बाकी 20 घंटे लगे किरत कमाई मेहनत करन दे। असी टब्बर जोगे नहीं रहे, लेकिन असी टब्बर वास्ते मेहनत की कमाई ते करके लियाए ना। करना पैंदा है, जरूरी है। लेकिन जिन्हां दे टब्बर नहीं आए ने वो अपने टब्बरां तो विछड़े हुए ने। माँ प्यो भैन भरा धियां पुत्तर कईयां दे वोटी बच्चे इंडिया रहिंदे ने, वो भी इत्थे 20-20 घंटे काम करते ने। इतनी मेहनतां करके अपने कीमती श्वास लगा के दिन रात लगा के दिन रात लगा के जिंदगी लगा के लगा के असी भावें दुआनी चुआनी मेहनत करके अपने रोजी रोटी पालते हैं, वोटी बच्चे पालते हैं, पर साडे कोल एक समा नहीं निकलता। केड़ा? गुरबाणी नूं पढ़ के समझन विचारन दा। हुण सोचिए मैनू समा नहीं मिलता कि मैं 15-20 घंटे रोज़ इतनी मेहनत करा, टब्बर दे नाल रहिंदा होया भी या टब्बर तो विछड़ के भी। तो मैं जितना समा मिलिया, कदों मिलिया? जां शुक्रवार मिलिया, जां शनिचरवार मिलिया, जां ऐतवार मिलिया, जां महीने च एक दिन मिलिया। उस दिन भी मैं की कीता? मैं गुरुद्वारे गया, मैं बर्फी रखी और मैं परिक्रमा करके चला गया। या अपने दोस्तां मित्रां नूं मिलिया, तुसी किहड़ी फैक्ट्री काम करदे हो, तुसी की काम करदे हो? मैनू 8 एरो मिलते हैं, वो कहता मैनू 10 एरो मिलते हैं। वोटी बच्चे कितने ने, विआह हो गया। ये कर करा के इस तरह जिंदगी बीतदी जाएगी। साडा जीवन च जिहड़े अवगुण हन, उन्हां अवगुणां नूं कौन सवारेगा? कोई किसी दे अवगुण नहीं सवार सकदा। सतगुर जी अवगुण सवारते ने, इस करके असी सतगुर जी कोल आंदे हाँ। असी गुरुद्वारे प्रबंधकां दे नुक्स लभण नहीं आंदे हाँ। जे नुक्स लभण आंदे हाँ ते अज तो बाद सोचांगे कि मैं नुक्स लभण आंदा हाँ, मैं लोकां नूं कहंदा हाँ गुरुद्वारे लड़ाई है, पर मेरे वांगू कोई होर भी नुक्स कढ़दा होना, तो नुक्स कढ़ण वाला एक ते नुक्स कढ़ण वाला दूजा, दोवां दी नक और सिंग फस गए और लड़ाई शुरू हुई। मैनू ये लड़ाई नहीं पसंद। अज तो मैं की काम करांगा? मैं प्रबंधकां दे नुक्स नहीं कढ़िया करांगा।
मैं भाई साहब जी दे, ग्रंथी जी दे, सेवादार जी दे, रागी सिंह जी दे नुक्स नहीं कढ़िया करांगा। पर मैं तो इतनियां मेहनतां करके अपने टब्बर तो विछड़िया होया, दिन रात खून पसीने की कमाई करदा हाँ, मनु मसा मसा टाइम मिलिया है, मैं गुरुद्वारे जाना है, मैं बाणी पढ़नी है, मैं बाणी सुननी है और मैं अपने जीवन विच बदलाहट लियानी है। जे मैं नहीं लियाया, ਉਹਨੂੰ ਕਹਿੰਦੇ ਨੇ ਮੈਨੂੰ ਜ਼ਿਆਦਾ ਅਕਲ ਹੈ, ਮੁਨ ਜੋਬਨ ਬਾਲੀ ਹਾਂ ਮੈਂ, ਉਹਨੂੰ ਸਾਕਤ ਕਹਿੰਦੇ ਨੇ। ਉਹਨੂੰ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ, ਸਭ ਬਾਤ ਸਭ ਪਤਾ ਹੈ, ਜਾਨਤ ਹੀ ਅਵਗੁਣ ਕਰੈ। ਹੁਣ ਅੱਗੇ ਕਹਿੰਦੇ ਨੇ ਕਾਹੇ ਕੀ ਕੁਸ਼ਲਾਤ, ਕੁਸ਼ਲ ਹੁੰਦਾ ਹੈ ਠੀਕ, ਸੁਖੀ, ਕਿਵੇਂ ਸੁਖੀ ਹੋ ਸਕਦਾ ਹੈ, ਕਾਹੇ ਕੀ ਕੁਸ਼ਲਾਤ। हाथ दीप कुएं पर है, तेरे हाथ च दीवा है, तू खूच डिग रहा है। दीवा का मतलब मन अंदर जोत जग रही है, पर तू फिर भी खूच डिग रहा, अंदर कुछ समझ ही नहीं रहा, तेरे अंदर रब जी रहते ने। सो हुण सौखे सौखे लफ्ज़ां च असीं ये समझ लिया, जदों मैं सच सुनना नहीं चाहता, जदों सच सीखना नहीं चाहता, मैनू भुलेखा है मैं बहुत सियाणा हाँ, मैनू भरम पै गया है, मैनू सब कुछ पता है, यह अवगुण है। कबीर मन जाने सब बात, यह अवगुण है। और अवगुण अपना ठीक ना करना ढीठताई है। जदों मनुख ढीठ हो जाता है ना, वो सच नूं टालदा है। किवें? मनो एक शराबी की गल याद आई है। एक शराबी ने शराब पीती और शराब पीण तो पहला उन्हें बिल्कुल नवे नकोर बूट खरीदे सन। नवे नकोर बूट उन्हें पाए, बूट पा के शराब पीती, खूब नशा किया और सड़क दे विचकार लेट गया। एक स्कूटर ते बंदा आया, कहता है सड़क दे विचकार तुहाडियां लत्तां लंबियां करके लेटे हुए हो, कोई गड्डी उत्तों चढ़ा देगा, तुसीं मर जाओगे। उन्हें नहीं सुनिया। फिर एक कार वाला आया, उन्हें कार रोकी और उन्होंने कहा अपने पैर साइड ते कर लो, इत्थों कारां लंघणगियां, तुहाडे पैरों उत्तों तुहाडियां हड्डियां टुट जाणगियां। उन्हें नहीं सुनिया। फिर एक होर कार वाला आया, उन्हें देखा नशे विच है, उन्हें दे बूट ला ले। ये नशे विच सी, उहदे बूट उतर गए। हुण वो कार वाला उहदे बूट ला के लै गया। थोड़ी देर बाद एक ट्रक वाला आया, कहता अपने पैर हटा लवो, तुहाडे पैरों उत्तों जे ट्रक लंघ गया, हड्डियां तुहाडियां टुट जाणगियां। वो नशे च उठिया, उसने अपने पैरों वाल देखा और देख के कहता और चढ़ा दिओ, या मेरे पैर ही नहीं हैं, क्योंकि मेरे पैरों ते नवे बूट पए हुए हैं। दूजी गल, एक बंदे का नाम सी भोंदू। भोंदू नूं कुछ बंदे मार रहे सी, 4-5 बंदे भोंदू नूं मारी जा रहे हैं और भोंदू हस रहा है। भोंदू नूं लोकां ने, अखबारां वाले ने, टीवी वाले ने आके पूछया, ए तुहानूं मार रहे ने और तुसी हस रहे हो, लहू लुहान होए पे हो और हसदे पे हो। भोंदू कहता है मेरा नाम है भोंदू, मेरे एक दोस्त का नाम है चंदू, ए मैनू चंदू समझ रहे ने, मैं चंदू है नहीं। पर इस भोंदू नूं यह नहीं पता कि मार ते मैनू पै रही है। इस तरह सानू अवगुण दिन रात, कबीर जम का ठेंगा बुरा है वो नहीं सिया जाए, अवगुण सानू सतांदे ने।
जिस आदमी नूं अवगुण सताते ने वो सोचता वोटी नाल गल ही ना करनी पवे, वो टालदा है। जिस वोटी नूं अपने आदमी की गल माफक नहीं है, सस की गल माफक नहीं है, वो दिन रात बस किचन काम करती रहेगी या बच्चों के नाल लगी रहेगी या अपने कमरे जाके इस तरह हाथ रख के कहेगी मेरा सिर दर्द है, मैं सो रही हूँ या मैं टीवी देख रही हूँ। कबीर साहब साडी इस अवस्था के उत्ते ध्यान पाते हैं। बचपन विच सानू जेड़े जेड़े अवगुण पैंदे हन, भावें मैं अपने वड्डे भैन भरा कोलों सीखे, भावें मैं अपने माँ प्यो कोलों सीखे, भावें मैं अपने आस पास तो या टीवी तो फिल्मां देख के, जिस तरह मर्जी गली महल्ले तो मैं अवगुण इकट्ठा किया और मैं उस अवगुण नूं सवारिया नहीं। मैं टाइम पास करता रहा, टालै टोलै दिन गया। दिन का मतलब मेरी जिंदगी, इस तरह जिंदगी का एक एक पल जाया जाता गया। कबीर टालै टोलै दिन गया, व्याज बढ़न तो जाए। व्याज होंदा है जो मेरे अवगुण हन वो होर वधदे चले गए। जिस बच्चे नूं बचपन निक्की जी गल कढ़नी आती है एक, वो वड्डा हो के दो कढ़दा है, फिर चार कढ़दा है, फिर उच्चा बोल के कढ़दा है, फिर कोई दो गल्लां सुनाए उन्होंने 10 गल्लां कढ़दा है, फिर वो दूर बैठे बंदे नाल भी उच्चा बोलदा है, घर वालियां नाल भी उच्चा बोलदा है। ये की हो रहा, ਉਹਦੇ अवगुणा ਦਾ ਵਿਆਜ ਵੱਧਦਾ ਜਾ ਰਿਹਾ है, ਵੱਧਦਾ ਜਾ ਰਿਹਾ। कबीर टालै टोलै, मैं टालदा ही रहा। साडा टालना टोलना किस तरह होंदा है, सानू आए दिन टीवी तो पंजाब की की खबर है वो खबर चाहिए है, बस रोज़ नवी खबर आ जाती है और असी नवी नवी खबर एक दूजे के नाल गल्लां करते रहते हैं, टाली जा रहे हैं ना, साडे कोल समा ही नहीं निकल पा रहा। अगे ही समा घट है। जे मैं अपनी उम्र 40 साल गिना और मैं रोज़ 12 घंटे सोंदा होवां तां ਇਹਦਾ मतलब मैं अपनी जिंदगी 20 साल सुता रहा। 20 साल तो मैं सुता ही रहा। जे मेरी 60 साल उम्र है तो 30 साल सुता रहा। जे 80 साल उम्र है 40 साल तो मैं सुता ही रहा, क्योंकि मैं रोज़ 12 घंटे सोंदा, 24 घंटे का दिन होता है। इतनी देर तो मैं सोंदा ही रहा। हुण जदों मैं गुरुद्वारे आया तां भी मैं सुता ही रहिंदा कि मैनू लोकां नाल गल करनी है, मैनू सच सीखना नहीं है, मैनू दूजे दा अवगुण कड्ढना है। ये नहीं गल बनी तो चलो नगर कीर्तन ते चलीए, उत्थे बादाम छुहारे खावांगे, टिक्की समोसे खावांगे, पिज़्ज़ा मिलेगा, घूम फिर के आ जावांगे। इस तरीके दे नाल टालदे जा रहे हैं, टालदे जा रहे हैं। टालै टोलै दिन गया, व्याज बढ़न तो जाए। नार भज्जियो सच समझिया नहीं, ना खत फटियो खाता वधदा गया। मेरे अवगुणा दा, मेरे मंदे ख्यालों का खाता वधदा गया। काल पहुँचियो आए। इस तरह एक दिन असी मर जाते हाँ, पर जदों मेरे मंदे ख्याल मैनू सतांदे ने ना, गुरबाणी च इनू अंत काल कहते हैं। मंदा ख्याल आया, मर गए। असी एक सैमीनार किया सी, डर 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 मरते जब जानी है दूर, डर डर मरते जब जानी है दूर, डर डर मर जब जानी है दूर, डर चुका देखा भरपूर, डर चुका देखा भरपूर, डर डर मरते जब जानी है दूर। जदों मैं रब जी नूं दूर समझदा ना, मनू डर लगता है। और डर लगन का मतलब है जो डर गया वो मर गया। इनू अंतकाल कहते हैं। पल पल चिंता फिकर, डर तौखला खटका वहम, एक दूजे ते शक, एक दूजे नाल नफरत, ये सारे जम ने। यह जम मैनू रोसता, ये मैं मरदा हाँ,
ਇਹਨੂੰ ਅੰਤ ਕਾਲ ਕਹਿੰਦੇ। ਨਾ ਹਰ ਭੱਜਿਓ ਨਾ ਖਤ ਫਟਿਓ, ਮੇਰਾ ਲੇਖਾ ਖਤਮ ਨਹੀਂ ਹੋਇਆ, ਜਮ ਮੈਨੂੰ ਰੋਜ਼ ਸਤਾਉਂਦੇ ਰਹਿੰਦੇ ਨੇ। ਇਹਨਾਂ ਜਮਾਂ ਨੂੰ ਸਾਕਤ ਮਤ ਕਹਿੰਦੇ ਨੇ। ਹੁਣ ਗੁਰੂ ਸਾਹਿਬ ਆਨੰਦ ਸਾਹਿਬ ਵਿੱਚ ਕਹਿੰਦੇ ਨੇ, शिव शक्त आप उपाय कह करता आपे हुक्म बरताए। करता मेरा मन है और अपनी मर्जी करता है। शिव शक्त का मतलब होता है जमा वाली बुद्धि मेरे अंदर ताकत पकड़ गई, मैं इस शक्ति नू फॉलो करता हाँ। किसी ते अखां कढ़ के क्रोध करना साकतमक दी शक्ति, ताकत, जमा वाली बुद्धि, डीमन थॉट्स, अंग्रेजी च इनू वाइसिस भी कहते हैं, पाप भी कहते हैं, इनू मंदे ख्याल भी कहते हैं, डीमन थॉट्स भी कहते हैं, बारबरिक एक्शन भी कहते हैं। भाव जमा वाली बुद्धि दे नाल दूसरियां ते जुल्म करन दी बिरती। किसी नू अखां कढ़ के पैना, किसी नू कूरी वटना, किसी वेले अपनी त्यूड़ी इकट्ठी कर लेना, उहदे वल नफरत दी नज़र नाल देखना, किसी नू उच्चा समझना, किसी नू नीवा समझना, किसी नू जट समझना, किसी नू पापा समझना, किसी नू रामगढ़िया समझना, किसी नू लुबाना समझना, किसी नू अछूत समझना, ऊंच नीच, अमीर गरीब, गोरा काला, ये दोनों अवस्थावां विच रहना, ए जम। इस तरह मैं रोज़ पल पल मरदा हाँ इस साकत मत तो। अज गुरु साहब कहते ने उल्टी रे मन उल्टी रे। मैं उस पासों अपने आप नू पुठे पासे करन दी कोशिश की, हुण मैं इस पासे नहीं जाना, छोड़ आए हम वो गलियां। उल्टी रे मन उल्टी रे, साकत स्यों कर उल्टी रे, भैड़े ख्यालों तो पुठे पासे चल। तू जिन्हों सीधा पासा समझिया होया है, वो सीधा पासा दरअसल है नहीं है, तू दरअसल पुठे पासे टुर रहा है। ਇਹਦਾ मतलब जीवन विच गलत रस्ते ते टुरन नूं जिहड़ा पासा कहंदे ने, उस पासे तो उल्टे पासे उल्टी मत दे बदलाए सिखा रहे ने। उल्टी रे मन उल्टी रे, साकत स्यों मन उल्टी रे, भैड़े ख्यालों तो पुठे पासे जा। हुण ओहदी की निशानी है, जदों कोई मेरे नाल मेरे मिलन वाला आए, रोज़ साडे घरां विच मेरी भैन, मेरा प्यो, मेरी वोटी, मेरी सहेली, मेरा दोस्त, मेरा कज़न ब्रदर और कोई भी दुनिया का इंसान जदों मैनू सुनाए कोई भी गल, भैड़ी गल, किसी दी निंदा, किसी दे बारे कोई गल करे, उनको मेरे को टाइम थोड़ा है, मैं अपना समा जाया दुनिया दी गंदियां खबरां इकट्ठियां करके अपने दिमाग विच कूड़ा नहीं पाना चाहता। इनू कहंदे ने साकत स्यों कर उल्टी रे। पर साडा की ख्याल है? साडा तो ख्याल है असी जिहड़ा खबरां देवे, जिहड़ा भैड़ियां भैड़ियां गल्लां सुनाए, सानू वो बंदा चंगा लगता है। साध संगत जी, तुहानू चंगा लगता कि नहीं लगता मैं नहीं पता, पर मैं एक देश का नाम नहीं लवांगा। मैं उत्थे गया, उत्थे एक माता जी मिले और मेरे माँ ने मैनू कहा, ए माता जी नू पुछदे हाल चाल। असी जोड़ियां विच माता जी नू हाल चाल पुछया, माता जी की हाल है? कहंदे मैं 3 हफ्ते तो बीमार सी, अज आई हाँ गुरुद्वारे। अच्छा जी, कित्थे सी? 3 हफ्ते मैं हस्पताल पई रही। चंगा। हुण माता जी ने सानू पुछया, तुहानू पता लगा है वो जिहड़े किसी दा नाम लैके, शहर दे मशहूर बंदियां दा नाम लैके, उन्हां दी नूं, उन्हां दे पुत्तर नूं छड्ड के, तलाक दे के, गोदी च पुत्तर सी लैके पेके चली गई है? असी माता जी ने कहा नहीं, सानू नहीं पता। माता जी ने अगों पता है क्या? मैनू भी कित्थे पता सी, 3 हफ्ते गुरुद्वारे नहीं आई, हाय पता ही नहीं शहर अंदर की हो गया, पता ही नहीं लगा। अच्छा, गुरुद्वारे खबरां इकट्ठियां करन आंदे आ। अच्छा, फोन असी इस करके रखा है कि मैं एक दूजे नूं भैड़ियां खबरां सुनावांगा, सुनावांगी। असी चुन चुन के बंदे लभदे आ जिहड़े मैनूं भैड़ियां खबरां सुनान। एक होर, तुसी टीवी लाओ,
कोई किथे मरिया नहीं, कोई किथे भूचाल नहीं आया, कोई किथे एक्सीडेंट नहीं होया, कोई किसी दी नूह नूं नहीं साड़िया, कोई किथे बस नाल कुचल के स्कूल दे बच्चे नहीं मरे। उस दिन पूछो ना पापा जी अज की खबर आई है, पापा जी अगों जवाब देंदे कोई खास खबर नहीं है, अज कुछ भी बर्बादी होई नहीं, अज तो कोई खबर ही नहीं सी। सानू स्वाद आंदा है कोई भैड़ियां खबरां आण, इसे स्वाद नूं निंदक ख्याल कहंदे ने और इसे स्वाद दे सुभाਅ नूं साकत मत कहंदे ने। साकत दा दिल करदा है कूड़ा इकट्ठा करो, ਉਹਨੂੰ ਆਪਣੇ ਔਗੁਣਾ ਦੀ ਖੇਤੀ ਵਿੱਚ ਇਹ ਪਾਣੀ ਭਰਨ ਦਾ ਸਵਾਦ ਆਂਦਾ ਹੈ, ਭੈੜੀਆਂ ਭੈੜੀਆਂ ਖਬਰਾਂ। ਜਿਸ ਇਨਸਾਨ ਨੂੰ ਇਹ ਗੱਲ ਟੁੰਬ ਗਈ ਨਾ, ਉਹ ਆਪਣੇ ਬਾਰੇ ਸੋਚੇਗਾ ਕਿ ਮੈਂ ਇੰਜ ਖਬਰਾਂ ਇਕੱਠੀਆਂ ਕਰਦਾ ਹਾਂ, मैं साकत हाँ। साकत स्यों कर उल्टी रे, झूठे की रे झूठ प्रीत, छुटकी रे मन छुटकी रे, ए झूठी प्रीत मेरी छुट गई। साकत संग ना छुटकी रे, पर जे मैं झूठी प्रीत करा, झूठी प्रीत की होंदा है? जगत में झूठी देखी प्रीत का मतलब ये नहीं होंदा लोगों ने एक दूजे नाल, माँ प्यो नूं, भैन भरा नूं, वोटी बच्चों नूं, सब नूं एक दूजे नाल झूठी प्रीत है, नहीं। जगत में झूठी देखी प्रीत का मतलब होंदा है जदों मैनू दूजे दे नाल हमेशा बस यह ख्याल होए ए मेरे वास्ते की काम करके जाता है। पत्नी सोचती है जे पति मर गया कमाएगा कौन, यह झूठी प्रीत है। पति सोचता है जे वोटी मेरी मर गई या आई ना, मेरे माँ और मेरे बच्चों को कौन पालेगा, यह झूठी प्रीत। किसी इंसान नाल दोस्ती यारी इस करके रखना कल चार पैसे देगा, किसी कम आएगा, यह झूठी प्रीत है। ते जे गुरु कोल भी असीं इस करके जाते हाँ मेरी तनख्वाह वधा दिओ, मनु अमरीका का वीज़ा लै दिओ, मेरे बच्चे मेरा विआह करा दिओ, यह झूठी प्रीत है। पर सच दी मत लेना सच्ची प्रीत है। जेकर झूठी प्रीत पाई है ना तो साकत मत है। झूठे की रे झूठ प्रीत, छुटकी रे मन छुटकी रे, साकत संग ना छुटकी रे। इस तरह भैड़े ख्यालों का संग नहीं छुटदा जे झूठी प्रीत पाई हुई है। यह शब्द दा रहा हुआ है। कहते ने उल्टी रे मन उल्टी रे, ओए मन पुठे पासे जा मुन, तू जिसनू जीवन समझ बैठा है मत कोई जाने जग जीव दा, दूजे पाए मुयास, इनू जीवन नहीं कहते ने। जो काजर पर मंदिर राखियो, जो पैसा है कालू खीरे। जिस तरह काली कोठरी होती है, जिस तरह काजल किसी मतलब कालख किसी कोठरी अंदर भर दो, दूरों ही ते भाग गयो है जिस गुर मिल छुटकी त्रिकटी रे। त्रिकटी होंदा है ए त्यूड़ी चढ़ जाना। सिद्ध जोगी समझदे सी ए त्यूड़ी होंदी है इड़ा पिंगला सुषमना है, तिन्ना नाड़ियां नूं श्वास रोक के, जीभ नूं अंदर रोक के अते कोई ना कोई प्राणायाम करके अपनिया भावां नूं उपर चढ़ा के, कोई माला फेर के, कोई अलख अलख एक लफ्जी रटन करके, इस तरीके दे नाल ओह इसनूं गुरु पातशाह कहंदे ने तेरी यह त्रिकुटी इंज नहीं छुटेगी। तू लोकां नूं नफरत दी नज़र नाल ना वेख्या कर, तू लोकां नूं अपना समझिया कर। सारे अपने हन, कोई पराया नहीं है, ना को बैरी नहीं बिगाना, सगल संग हमको बन्याई। पर भैड़े ख्यालों नूं तैनूं दूरों ही छड्डना पेगा। कबीर साकत संग ना कीजिए दूरों जाइए भाग। हुण किसी मनुख नूं असीं नहीं कह सकदे साकत है साकत है साकत है। किस तरह तुसीं कहोगे? अज दा कानून है, तुसीं किसी मनुख नूं साकत नहीं कह सकदे, तुसीं किसी मनुख नूं पापी नहीं कह सकदे। ते दूरों किवें दौड़ोगे? साकत संग ना कीजिए दूर जाइए भाग, भैड़े ख्यालों का संग ना करया कर। जिथों भी भैड़ा ख्याल मिलता ना उन्होंने गुरु पातशाह कहते ने माए मुंडो तै गुरु की जाते भरम ना जाए। जिथों ख्याल तैनू आंदा है, भरम आंदा है, मंदे ख्याल आते ने, उथों दूरों ही कनैक्शन कट दे। माए मुंडो तै गुरु की, माए मुंडो तय गुरु की जाते परम ना जाए। कबीर साकत संग न कीजिए दूर जाइए भाग। भैड़े ख्यालों तो दूर ही रहना चाहिए। कबीर साकत संग न कीजिए दूर जाइए भाग,
ਬਾਸਨ ਕਾਰੋ ਪਰਸੀਏ ਤੋ ਕਛ ਲਾਗੇ ਦਾਗ। ਜਦੋਂ ਮੈਲ ਕਾਲਖ ਲੱਗੇ ਭਾਂਡੇ ਦੇ ਨਾਲ ਹੱਥ ਲੱਗ ਜਾਏ ਨਾ ਤਾਂ ਕਾਲਖ ਲੱਗ ਹੀ ਜਾਂਦੀ ਹੈ। ਇਸ ਤਰ੍ਹਾਂ ਤੈਨੂੰ ਬਚ ਕੇ ਰਹਿਣਾ ਹੈ ਭੈੜੇ ਖਿਆਲਾਂ ਤੋਂ। ਭੈੜੇ ਖਿਆਲਾਂ ਦੀ ਸੰਗਤ ਕਰੋ ਨਾ, ਉਹਦੀ ਨਿਸ਼ਾਨੀ ਕਬੀਰ ਸਾਹਿਬ ਸਮਝਾਉਂਦੇ ਨੇ। केले निकट जो बेर, 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 कबीर मारी मरो कुसंग की, मारी मरो कुसंग की, केले निकट जो बेर, केले निकट जो बेर, ओ चूल्हे ओ चीरिया, ओ चूल्हे साकत संग न है, साकत संग न है, केले निकट जो बेर, केले निकट जो, केले निकट जो, केले निकट जो बेर। बेर बेरी ਦਾ ਪੇੜ, ਉਹਦੇ ਕੰਡੇ, ਇਸ ਪਾਸੇ ਕੇਲੇ ਦਾ ਪੇੜ, ਇਹਦਾ ਪੱਤਾ, ਇਹ ਹਵਾ ਨਾਲ ਝੂਲਦਾ ਹੈ, ਬੇਰੀ ਦੇ ਕੰਡੇ ਉਸ ਨੂੰ ਪਾੜ ਦਿੰਦੇ ਨੇ। ਇਸ ਤਰ੍ਹਾਂ ਜਿਹੜਾ ਜਿਹੜਾ ਖਿਆਲ ਮੇਰੇ ਚੰਗੇ ਗੁਣਾਂ ਦਾ ਕੱਪੜਾ ਫਾੜ ਦਿੰਦਾ ਹੈ, ਮੇਰੇ ਸੋਚਣੀ ਦੇ ਚੰਗੇ ਭਲੇ ਖਿਆਲਾਂ ਨੂੰ ਖਰਾਬ ਕਰ ਦਿੰਦਾ ਹੈ, ਉਹਨੂੰ ਸਾਕਤ ਸੰਗ ਕਹਿੰਦੇ ਨੇ। ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਾ ਹੀਰ, ਭੈੜੇ ਖਿਆਲਾਂ ਦਾ ਸੰਗ ਨਾ ਕਰਿਆ ਕਰ। ਸਾਡੇ ਚੋਂ ਜਿਹੜੇ ਬੰਦੇ ਸ਼ਰਾਬ ਪੀਂਦੇ ਨੇ, ਬਾਕੀ ਬੰਦੇ ਉਹਨਾਂ ਨੂੰ ਕਹਿੰਦੇ ਨੇ ਇਹ ਬੜਾ ਮਰਦ ਹੈ, ਇਹ ਵੋਟੀ ਕੋਲੋਂ ਡਰਦਾ ਨਹੀਂ ਹੈ, ਪਰ ਜਿਸ ਦਿਨ ਉਹ ਸ਼ਰਾਬ ਛੱਡ ਦੇ ਸਾਰੇ ਓਏ ਪਾਗਲ ਹੋ ਗਿਆ, ਵੋਟੀ ਕੋਲੋਂ ਡਰ ਲੱਗ ਪਿਆ। ਮਤਲਬ ਉਹ ਸ਼ਰਾਬ ਪੀਣ ਨੂੰ ਮਰਦਾਨਗੀ ਸਮਝਦੇ ਨੇ। ਉਹਨੂੰ ਨਹੀਂ ਪਤਾ ਇਹ ਜਿਹੜੀ ਗੱਲ ਕਰ ਰਿਹਾ ਹੈ, ਇਹ ਬੇਰੀ ਦੇ ਪੇੜ ਵਾਂਗੂ ਮੇਰੇ ਕੇਲੇ ਦੇ ਪੱਤੇ ਨੂੰ ਛਿੱਲਣ ਲੱਗਾ ਹੈ, ਪਾੜਨ ਲੱਗਾ ਹੈ। ਓਏ ਤੁਸੀਂ ਪੁੱਤਰ ਵਾਲੇ ਹੋ ਕੇ ਦਾਦ ਹੀ ਨਹੀਂ ਲਿਆ, ਲੋਕੀ ਕੀ ਕਹਿਣਗੇ। ਤੁਸੀਂ ਆਪਣੇ ਵਿਆਹ ਤੇ ਨੱਚਣ ਵਾਲੀ ਨਹੀਂ ਬੁਲਾਈ, ਲੋਕੀ ਕੀ ਕਹਿਣਗੇ। ਇਸ ਤਰ੍ਹਾਂ ਜਿਹੜੇ ਖਿਆਲ ਸਾਨੂੰ ਭੈੜੇ ਪਾਸੇ ਲੈ ਜਾਂਦੇ ਨੇ, ਉਹ ਸਾਡੇ ਕੇਲੇ ਦੇ ਪੱਤੇ ਨੂੰ ਬੇਰੀ ਦੇ ਵਾਂਗੂ ਚੀਰ ਦਿੰਦੇ ਨੇ। ਜੋ ਵੀ ਸਾਨੂੰ ਸਿੱਧੇ ਰਾਹ ਤੋਂ ਪੁੱਠੇ ਰਾਹ ਪਾਵੇ, ਉਹ ਸਾਕਤ ਸੰਗ ਹੁੰਦਾ ਹੈ। ਕਹਿੰਦੇ ਦੂਰੋਂ ਹੀ ਤੇ ਭਾਗੇ ਉਹ ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕਟੀ ਰੇ। ਜਿਸ ਨੂੰ ਇਹ ਵਾਲੀ ਗੱਲ ਸਮਝ ਆ ਜਾਂਦੀ ਹੈ, ਮਾਨੋ ਦੀ ਤ੍ਰਿਕਟੀ ਸੁਲਝ ਗਈ। ਉਹ ਮਨੁੱਖਾਂ ਨਾਲ ਨਫ਼ਰਤ ਨਹੀਂ ਕਰਦਾ, ਪਰ ਭੈੜੇ ਖਿਆਲਾਂ ਨੂੰ ਨਹੀਂ ਲੈਂਦਾ। मांगो दान कृपाल कृपानित, मेरा मुख साकत संग न जुटकी रे। ये वाली मांग मंगया करिए कि मैं भैड़े ख्याल जितों साकत मत मिलती है वो ना लिया करा। वो किस तरह पता लगता है? शिव शक्त आप उपाय के करता पे हुक्म बरताए, हुक्म बरताए आप वेख है। गुरमुख किसे बुझाए, गुरु दे मुख ते खखे नूं सियारी। गुरु दे मुख तो निकली हुई अंदर दी आवाज़ नूं सुनदा है और उस नूं बुझ जाता है कि यह ख्याल साकत है। वो साकत ख्याल नहीं लेंदा। जो ही उन्होंने पता लगता है भैड़े ख्याल ने, शिव शक्त आप पाए के करता पे हुक्म बरता है, हुक्म बरता है आप वेख्या। गुरमुखी से बुझाए तोड़ा बंधन होवे मुक्त। वो भैड़े ख्यालों तो
ਮੁਕਤ ਹੋ ਜਾਂਦਾ। ਤੋੜੈ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਉਹ ਸੱਚ ਦੀ ਗੱਲ ਲੈ ਲੈਂਦਾ ਹੈ ਔਰ ਭੈੜੇ ਖਿਆਲਾਂ ਤੋਂ ਬਚ ਜਾਂਦਾ ਹੈ। मांगो दान कृपाल कृपानिध, मेरा मुख साकत संग न जुटसी रे। जन नानक दास दास को करियो नम्रता, मेरा मूंड साध पगा हेठ रुलसी रे। पग होंदा है कदम, कदम मतलब सतगुर के चरण। सतगुर के चरण पीड़े नूं नहीं कहंदे, गुरु दे दसे होए नक्शे कदम नूं सतगुर के चरण कहंदे ने। उन्हां तों नम्रता दे नाल वारी जाना कि तुसी जिहड़ा मार्ग दसदे हो मैं उस ते टुरना चाहता हाँ। सो अज असी साकत ख्याल नूं सिੱਖਿਆ। साकत ख्याल दे बारे समझ लई कि की होंदा है और साकत ख्यालों तो उल्टे पासे टुरना है। जिस पासे मैं साकत ख्यालों नूं सीधा पासा समझाया उस तो उल्टे पासे टुरना मीनस सही सच्चा जीवन जीना। जदों साकत ख्यालों नाल जींदे हां ਉਹ ਟੇਢੀ ਪਾਗ ਟੇਢੇ ਚਲੇ ਲਾਏ ਵੀਰੇ ਖਾਏ ਵਾਲਾ ਜੀਵਨ ਹੁੰਦਾ ਹੈ। ਸਾਡਾ ਸਿੱਧਾ ਪੱਧਰਾ ਰਾਹ ਨਹੀਂ ਹੁੰਦਾ ਜ਼ਿੰਦਗੀ ਦਾ, ਅਸੀਂ ਸੁਖੀ ਨਹੀਂ ਹੋ ਪਾਉਂਦੇ ਹਾਂ।